ਕਿੰਨੇ ਲੰਬੇ ਸਮੇਂ ਤੋਂ ਪਿਛਲੇ ਤੁਸੀਂ ਇੱਥੇ ਯੋਗਾ ਕਰ ਰਹੇ ਹੋ ਔਰ ਲੋਕਾਂ ਨੂੰ ਯੋਗਾ ਸਿਖਾ ਰਹੇ ਹੋ? ਮੈਨੂੰ ਕਾਫੀ ਚਿਰ ਹੋ ਗਿਆ ਹੈ ਕਿ ਜਦੋਂ ਸਵਾਮੀ ਰਾਮਦੇਵ ਆਇਆ ਨੇ ਪਹਿਲਾਂ ਕੈਂਪ ਲਾਇਆ ਹੈ ਨਾ, ਉਦੋਂ ਮੈਂ ਆਪਣੀਆਂ ਬਿਮਾਰੀਆਂ ਟੈਲੀਵਿਜ਼ਨ ਵੇਖ ਕੇ ਤੇ ਕੱਢ ਲਈਆਂ। ਮਾਤਾ ਜੀ, ਜਦੋਂ ਤੁਸੀਂ ਯੋਗ ਨਹੀਂ ਸੀ ਕਰਦੇ ਉਦੋਂ ਕਿਵੇਂ ਕਿਵੇਂ ਦੀਆਂ ਮੁਸ਼ਕਲਾਂ ਸੀ? ਔਰ ਜਿਵੇਂ ਕਹਿੰਦੇ ਕਿ ਯੋਗ ਕੀਤਿਆਂ ਜਿਹੜਾ ਤੁਹਾਡਾ ਵਜ਼ਨ ਵੀ ਘਟ ਜਾਂਦਾ ਤਾਂ ਤੁਹਾਡਾ ਵੀ weight ਘਟਿਆ? ਹਾਂਜੀ, ਵਜ਼ਨ ਮੇਰਾ ਕਾਫੀ ਸੀ, ਮੇਰਾ ਇੰਨਾ ਕੁ ਹੈ ਸੀ 110 ਕਿਲੋ, ਤੇ ਉਹਦੇ ਨਾਲ ਘਟਦਿਆਂ ਫਿਰ ਮੇਰਾ 85 ਕਿਲੋ ਹੋਇਆ। 85 ਕਿਲੋ ਹੋਇਆ। ਫਿਰ ਉਦੋਂ ਹੁਣ ਮੈਂ ਯੋਗ ਕਰਦੀ ਰਹੀ। ਫਿਰ ਪੱਥਰੀ ਦਾ ਆਪਰੇਸ਼ਨ ਕੀਤਾ, ਕੁਛ ਉਹਦੇ ਨਾਲ ਘਟ ਗਿਆ, ਤੇ ਉਹ ਨਾ ਕਰਦਿਆਂ ਮੇਰਾ ਵਜ਼ਨ 40-50 ਕਿਲੋ ਹੋਣਾ। ਤਾਂ ਮਾਤਾ ਜੀ, ਰੋਜ਼ਾਨਾ ਤੁਹਾਡੇ ਕੋਲ ਇੱਥੇ ਕਿੰਨੇ ਕੁ ਲੋਕ ਜਿਹੜੇ ਨੇ ਆਣਗੇ ਯੋਗਾ ਸਿੱਖਦੇ ਨੇ? 30-35 ਲੋਕ ਆ ਜਾਂਦੇ ਰਹੇ ਨੇ। ਫਿਰ ਜਦੋਂ ਬਾਹਰ ਜਾਈਦਾ, ਬਾਹਰ ਕਲਾਸਾਂ ਲਾਈਦੀਆਂ, ਉਦੋਂ ਫਿਰ ਘਰ ਬੰਦ ਕਰ ਦੇਈਦੀ ਤੇ ਬਾਹਰ ਜਾਈਦਾ। ਜਦੋਂ ਤੁਸੀਂ ਯੋਗਾ ਨਹੀਂ ਸੀ ਕਰਦੇ ਹੈਗੇ ਉਦੋਂ ਤੋਂ ਲੈ ਕੇ ਹੁਣ ਤੱਕ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਫਰਕ ਦਿਖਾਈ ਦਿੰਦਾ ਤੁਹਾਨੂੰ? ਉਦੋਂ ਤਾਂ ਮੈਨੂੰ ਬਹੁਤ ਫਰਕ ਦਿਖਾਈ ਦਿੰਦਾ। ਜਿਹੜਾ ਮੈਂ ਪਹਿਲਾਂ ਜਵਾਨ, ਤੇ ਉਹਦੇ ਨਾਲ ਮੈਨੂੰ ਜ਼ਿਆਦਾ ਜਾਪਦਾ ਕਿ ਮੈਂ ਉਦੋਂ ਕਦੇ ਦੌੜਾਂ ਤਾਂ ਕੱਢੀਆਂ ਨਹੀਂ ਹਨ, ਪਰ ਹੁਣ ਮੈਂ ਆਪਣੀ ਦੌੜ ਵੀ ਕੱਢ ਲੈਂਦੀ ਹਾਂ, ਦੰਡ ਬੈਠੇ ਵੀ ਕੱਢ ਲੈਂਦੀ ਹਾਂ। ਹੁਣ ਤੇ ਮੈਂ ਬਹੁਤ ਆਪਣੇ ਆਪ ਫਿੱਟ ਹਾਂ। ਮਾਤਾ ਜੀ, ਫਿਰ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਪੰਜਾਬ ਪੁਲਿਸ ਜਾਂ ਆਰਮੀ ਜਾਂ ਸਕੂਲ ਦੇ ਵਿੱਚ ਜਾ ਕੇ ਕੈਂਪ ਲਗਾਉਂਦੇ ਹੋ, ਤਾਂ ਫਿਰ ਅਸੀਂ ਅਕਸਰ ਦੇਖਦੇ ਕਿ ਜਿਹੜੇ ਪੰਜਾਬ ਪੁਲਿਸ ਵਾਲੇ ਉਹਨਾਂ ਦੇ ਪੇਟ ਬਾਹਰ ਆਏ ਹੁੰਦੇ ਆ, ਤਾਂ ਕੋਈ ਫਿਰ ਤੁਸੀਂ ਜਦੋਂ ਜਾ ਕੇ ਯੋਗਾ ਸਿਖਾਉਂਦੇ ਹੋ ਤਾਂ ਉਹਨਾਂ ਨੂੰ ਇਸ ਚੀਜ਼ ਦਾ ਕੋਈ ਲਾਭ ਵੀ ਹੋਇਆ? ਹਾਂ, ਕਈਆਂ ਨੂੰ ਲਾਭ ਹੁੰਦਾ, ਕਰਦੇ ਨੇ ਯੋਗ ਤੇ ਲਾਭ ਹੁੰਦਾ। ਉਹਨਾਂ ਲਾਭ ਹੋਇਆ ਸੀ, ਫਾਇਦਾ ਹੋਇਆ ਸੀ ਕਿ ਉਹਨਾਂ ਫਿਰ ਆਪਣੇ ਘਰ ਆਖਣ ਲੱਗਾ ਰਾਜ ਕੁਮਾਰ ਨੂੰ ਕਿ ਰਾਜ ਕੁਮਾਰ ਮੇਰੇ ਘਰ ਚੱਲ ਕੇ ਤੇ ਯੋਗ ਕਰਾਓ। ਉਹ ਘਰ ਤੇ ਨਹੀਂ ਨਾ ਜਾਂਦੇ ਕਿਉਂ ਨੌਕਰੀ ਕਰਦੇ ਨੇ, ਤੇ ਉਹ ਆਖਦਾ ਮੇਰੀ ਮਾਤਾ ਕਰਾਈ। ਉਹ ਫਿਰ ਮੈਂ ਉਹਨਾਂ ਦੇ ਘਰ ਜਾਂਦੀ ਰਹੀ ਹਾਂ, ਕਰਾਉਂਦੀ ਹਾਂ, ਕਰਾ ਕੇ ਤੇ ਉਹਦੇ ਨਾਲ ਮੈਂ ਦੀਵਾਲੀ ਕਰਕੇ ਛੁੱਟੀਆਂ ਕੀਤੀਆਂ, ਦੋ ਦਿਨ ਹੋਇਆ ਨਹੀਂ। ਮਾਤਾ ਜੀ, ਫਿਰ ਇੱਥੇ ਜਿਹੜੇ ਤੁਹਾਡੇ ਕੋਲ ਲੋਕ ਸਿੱਖਣ ਹੁੰਦੇ ਆ ਤਾਂ ਫਿਰ ਉਹ ਵੀ ਤੁਹਾਨੂੰ ਦੱਸਦੇ ਹੋਣਗੇ ਕਿ ਅਸੀਂ ਯੋਗਾ ਕਰਨ ਤੋਂ ਪਹਿਲਾਂ ਔਰ ਬਾਅਦ ਵਿੱਚ ਕਿੰਨਾ ਕੁ ਉਹਨਾਂ ਨੂੰ ਫਾਇਦਾ ਹੋਇਆ? ਫਾਇਦਾ ਉਹ ਲਚਕ ਬਣ ਜਾਂਦੀ ਹੈ। ਉਹ ਸਾਰੇ ਆਖਦੇ ਨੇ ਕਿ ਸਾਨੂੰ ਯੋਗ ਦੇ ਨਾਲ ਬੜਾ ਫਾਇਦਾ ਹੋਇਆ, ਤੇ ਦਰਦਾਂ ਜਿਹੜੀਆਂ ਉਹਨਾਂ ਦੀਆਂ ਉਹ ਠੀਕ ਹੋ ਜਾਂਦੀਆਂ ਨੇ। ਵਜ਼ਨ ਜਿਹੜਾ ਉਹ ਘੱਟ ਜਾਂਦਾ, ਕਿਸੇ ਦਾ 10 ਕਿਲੋ ਘੱਟ ਜਾਂਦਾ, 5 ਕਿਲੋ ਇੰਨਾ ਕੁ ਵਜ਼ਨ ਘੱਟ ਜਾਂਦਾ। ਇੱਥੇ ਮੇਰੇ ਕੋਲ ਆਉਂਦੀਆਂ ਰਹੀਆਂ ਨੇ, ਉਹਨਾਂ ਨੇ 5 ਕਿਲੋ ਵਜ਼ਨ ਘਟਾਇਆ। ਫਿਰ ਜਿਹੜੇ ਗੋਡਿਆਂ 'ਤੇ ਬਹਿ ਨਹੀਂ ਸਕਦੀਆਂ, ਉਹ ਆਉਂਦੀਆਂ ਨੇ ਕਿ ਸਹੀ ਮਤਲਬ ਜਿਹੜਾ ਬਹਿ ਕੇ ਕੰਮ ਨਹੀਂ ਹਾਂ ਕਰ ਸਕਦੇ, ਉਹ ਸਹੀ ਠੀਕ ਹੋਈਆਂ। ਤਾਂ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਇਹਨਾਂ ਨੂੰ ਕਿਹਾ ਕਿ ਆਓ ਸਾਡੇ ਕੋਲ ਆ ਕੇ ਯੋਗਾ ਸਿੱਖੋ, ਤਾਂ ਉਹਨਾਂ ਨੇ ਮਤਲਬ ਜਿਸ ਤਰ੍ਹਾਂ ਕਹਿ ਦਿੰਦੇ ਜੀ ਇਹਦਾ ਸਤਰਿਆ ਗਿਆ, ਤਾਂ ਉਹਨਾਂ ਕਹਿੰਦੇ ਵੀ ਮਾਤਾ ਐਵੇਂ ਮਾਰੀ ਜਾਂਦੀ ਹੈ, ਕਿੱਥੇ ਇਹਦੇ ਕੋਈ ਯੋਗਾ ਹੁੰਦਾ ਹੋਣਾ? ਪਹਿਲੇ ਆਉਂਦੇ ਹਨ ਕਿ ਪਹਿਲਾਂ ਲੋਕੀ ਆਉਂਦੇ ਹਨ ਤੇ ਇਹ ਪਾਗਲ ਹੋ ਗਈ ਯੋਗਾ ਕਰਨ, ਪਾਗਲ ਹੋ ਗਈ। ਫਿਰ ਇੱਕ ਨੇ ਮੈਨੂੰ ਇੱਥੇ ਮੇਰਾ ਭਰਾ ਮਿਲਿਆ ਸੀ, ਉਹਨਾਂ ਆਖਣਾ ਭੈਣ ਉਹਦੀ ਵਹੁਟੀ ਨੂੰ ਆਖਣਾ ਬਸ ਤੂੰ ਨਾ ਮਰ ਜਾਣਾ ਯੋਗਾ ਕਰਦੇ ਹੈਂ, ਤੂੰ ਤੇ ਬਸ ਸੋਕ ਹੀ ਗਈ, ਕਿਆ ਮੋਟੀ ਹੈ। ਮੈਂ ਆਖਣਾ ਮੈਂ ਠੀਕ ਹਾਂ ਆਪਣੇ ਆਪ। ਉਹਨੇ ਆਖਣਾ ਤੂੰ ਮਰ ਜਾਣਾ। ਮੈਂ ਆਖਣਾ ਨਹੀਂ, ਮੈਂ ਨਹੀਂ ਮਰਦੀ। ਉਹ ਵਿਚਾਰੇ ਚੱਲ ਵਸੇ ਤੇ ਮੈਂ ਇੱਥੇ ਹਾਂ। ਤੇ ਯੋਗਾ ਜਿਹੜੇ ਆਉਂਦੇ ਹਨ ਪਾਗਲ, ਉਹ ਉਹਨਾਂ ਨੂੰ ਪਾਗਲ ਹੋਣਾ ਹੀ ਪੈਂਦਾ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਦੇਖ ਰਹੇ ਹੋ ਤੁਸੀਂ। ਅੱਜ ਤੁਹਾਡੀ ਅਸੀਂ ਮੁਲਾਕਾਤ ਉਸ ਮਾਤਾ ਜੀ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਉਮਰ 80 ਸਾਲ ਹੈ, ਪਰ ਜਦ ਤੁਸੀਂ ਉਹਨਾਂ ਨੂੰ ਯੋਗਾ ਕਰਦਿਆਂ ਦੇਖੋਗੇ ਤਾਂ ਤੁਸੀਂ ਹੈਰਾਨ ਹੋ ਜਾਵੋਗੇ। ਔਰ ਇਹਨਾਂ ਦੁਆਰਾ ਯੋਗਾ ਕੀਤਾ ਵੀ ਜਾਂਦਾ ਆ, ਔਰ ਜੋ ਇਹਨਾਂ ਦੇ ਆਸ ਪੜੋਸ ਵਾਲੇ ਲੋਕ ਨੇ ਜਾਂ ਦੂਰ ਤੋਂ ਲੋਕ ਵੀ ਆਣ ਕੇ ਇਹਨਾਂ ਕੋਲੋਂ ਯੋਗਾ ਦੀਆਂ ਕਲਾਸਾਂ ਲਗਵਾ ਰਹੇ ਨੇ। ਸੋ ਲੰਬੀ ਗੱਲਬਾਤ ਕਰਦੇ ਔਰ ਜਾਣਦੇ ਆ ਮਾਤਾ ਜੀ ਕੋਲ ਕਿ ਮਾਤਾ ਜੀ ਪਿਛਲੇ ਕਿੰਨੇ ਲੰਬੇ ਸਮੇਂ ਤੋਂ ਯੋਗਾ ਕਰਦੇ ਆ ਰਹੇ ਨੇ। ਹਾਂਜੀ ਮਾਤਾ ਜੀ, ਕਿੰਨੇ ਲੰਬੇ ਸਮੇਂ ਤੋਂ ਪਿਛਲੇ ਤੁਸੀਂ ਇੱਥੇ ਯੋਗਾ ਕਰ ਰਹੇ ਹੋ ਔਰ ਲੋਕਾਂ ਨੂੰ ਯੋਗਾ ਸਿਖਾ ਰਹੇ ਹੋ? ਮੈਨੂੰ ਕਾਫੀ ਚਿਰ ਹੋ ਗਿਆ ਕਿ ਜਦੋਂ ਸਵਾਮੀ ਰਾਮਦੇਵ ਆਇਆ ਨੇ ਪਹਿਲਾਂ ਕੈਂਪ ਲਾਇਆ ਇਹਨਾਂ, ਉਦੋਂ ਮੈਂ ਆਪਣੀਆਂ ਬਿਮਾਰੀਆਂ ਟੈਲੀਵਿਜ਼ਨ ਵੇਖ ਕੇ ਤੇ ਕੱਢ ਲਈਆਂ ਹਨ। ਕੱਢ ਕੇ ਤੇ ਫਿਰ ਮੈਂ ਉੱਥੇ ਉਦੋਂ ਮੈਂ ਪੱਥਰੀ ਦਾ ਆਪਰੇਸ਼ਨ ਕਰਾਇਆ ਸੀ, ਤੇ ਫਿਰ ਮੈਂ ਉੱਥੇ ਗਈ ਹਾਂ ਤੇ ਪੱਥਰੀ ਨਹੀਂ ਨਿਕਲੀ, ਹੋਰ ਮੇਰੀਆਂ ਸਾਰੀਆਂ ਬਿਮਾਰੀਆਂ ਨਿਕਲੀਆਂ। ਪਿੱਤੇ ਦੇ ਵਿੱਚ ਪੱਥਰੀ ਸੀ, ਤੇ ਲੋਕੀ ਮੈਨੂੰ ਉੱਥੇ ਮੈਂ ਸਵਾਮੀ ਕੋਲ ਚੱਲ ਜਾਂਦੇ, ਠੈਂਕ ਮੇਰੀ ਉੱਥੇ ਪੱਥਰੀ ਨਿਕਲ ਵੀ ਸਕਦੀ ਸੀ,
ਪਰ ਮੈਂ ਨਾ ਮੈਨੂੰ ਦੁਨੀਆ ਲੋਕੀ ਇਹੋ ਹੀ ਆਂਦੇ ਹਨ ਪਿੱਤੇ ਦੀ ਪੱਥਰੀ ਨਹੀਂ ਨਿਕਲਦੀ, ਆਪਰੇਸ਼ਨ ਹੁੰਦਾ। ਇਹਦੇ ਨਾਲ ਫਿਰ ਮੈਂ ਆਪਰੇਸ਼ਨ ਕਰਾਇਆ ਸੀ ਉਦੋਂ। ਪਹਿਲਾਂ ਉਸ ਤਰ੍ਹਾਂ ਮੇਰੇ ਗੋਡੇ ਗਾਡੇ ਜਿਹੜੇ ਹਨ ਨਾ, ਜਿਹੜਾ ਸਾਹ ਚੜ੍ਹਦਾ ਸੀ, ਜਿਹੜੀਆਂ ਅੱਖਾਂ 'ਚ ਰੜਕ ਪੈਂਦੀ ਸੀ, ਉਹ ਸਾਰੀਆਂ ਬਿਮਾਰੀਆਂ ਮੇਰੀਆਂ ਖਤਮ ਹੋ ਚੁੱਕੀਆਂ ਹਨ। ਫਿਰ ਸਿਰਫ ਪਿੱਤੇ ਦੀ ਪੱਥਰੀ ਕੱਢਾਈ। ਉਹਦੇ ਨਾਲ ਹੁਣ ਗੈਸ ਤਾਂ ਮੇਰੀ ਬਣਦੀ ਜ਼ਿਆਦਾ, ਕੋਈ ਭਾਰੀ ਚੀਜ਼ ਨਹੀਂ ਖਾਧੀ ਜਾਂਦੀ। ਫਿਰ ਵੀ ਮੈਂ ਖਾ ਲੈਂਦੀ ਹਾਂ ਜੇ, ਪਰ ਮੈਂ ਯੋਗ ਕਰਕੇ ਨਾ ਅਤੇ ਫਿਰ ਮੈਂ ਠੀਕ ਜਿਹੜੀ ਹੈ ਨਾ ਪਰੇਸ਼ਾਨੀ ਕੱਢ ਲੈਣੀ ਹੈ। ਜੇ ਕੋਈ ਦਰਦ ਪੈਦਾ ਹੋਈ ਹੈ ਤਾਂ ਯੋਗ ਨਾਲ ਮੈਂ ਸਹੀ ਕਰ ਲੈਣੀ, ਪੁਆਇੰਟਾਂ ਦੇ ਨਾਲ ਆਪਣੀ ਮੈਂ ਸਹੀ ਕਰ ਲੈਣਾ। ਕਿਸੇ ਦਾ ਵੀ ਲੋਕਾਂ ਦਾ ਵੀ ਮਤਲਬ ਪੁਆਇੰਟ ਵੱਜਦੇ ਨੇ, ਉਹਨਾਂ ਦਾ ਵੀ ਠੀਕ ਹੋ ਜਾਂਦੇ ਨੇ। ਤਾਂ ਮਾਤਾ ਜੀ ਜਦੋਂ ਤੁਸੀਂ ਯੋਗ ਨਹੀਂ ਸੀ ਕਰਦੇ ਉਦੋਂ ਕਿਵੇਂ ਦੀਆਂ ਮੁਸ਼ਕਲਾਂ ਸੀ? ਔਰ ਜਿਵੇਂ ਕਹਿੰਦੇ ਕਿ ਯੋਗ ਕੀਤਿਆਂ ਜਿਹੜਾ ਤੁਹਾਡਾ ਵਜ਼ਨ ਵੀ ਘਟ ਜਾਂਦਾ ਤਾਂ ਤੁਹਾਡਾ ਵੀ ਵੇਟ ਘਟਿਆ? ਹਾਂਜੀ, ਵਜ਼ਨ ਮੇਰਾ ਕਾਫੀ ਸੀ। ਮੇਰਾ ਇੰਨਾ ਕੁ ਹੈ ਸੀ 110 ਕਿਲੋ, ਅਤੇ ਉਹਦੇ ਨਾਲ ਘਟਦਿਆਂ ਫਿਰ ਮੇਰਾ 85 ਕਿਲੋ ਹੋਇਆ। 85 ਕਿਲੋ ਹੋਇਆ। ਫਿਰ ਉਦੋਂ ਹੁਣ ਮੈਂ ਯੋਗ ਕਰਦੀ ਰਹੀ। ਫਿਰ ਪੱਥਰੀ ਦਾ ਆਪਰੇਸ਼ਨ ਕੀਤਾ, ਕੁਛ ਉਹਦੇ ਨਾਲ ਘਟ ਗਿਆ, ਅਤੇ ਉਹ ਨਾ ਕਰਦਿਆਂ ਮੇਰਾ ਹੁਣ ਵਜ਼ਨ 40-50 ਕਿਲੋ ਹੋਣਾ ਮਸਾਂ, ਇੰਨਾ ਕੁ। ਪਰ ਇਹ ਮੈਂ ਆਪਣੇ ਆਪ 'ਚ ਮੈਂ ਠੀਕ ਹਾਂ, ਭਾਵੇਂ ਵਜ਼ਨ ਮੇਰਾ ਘੱਟ ਹੀ ਹੈ, ਪਰ ਮੈਂ ਟੁਰਨ ਵਿੱਚ, ਆਕੂਪ੍ਰੇਸ਼ਨ ਕਰਨ ਵਿੱਚ ਮੈਨੂੰ ਕੋਈ ਸਾਹ ਨਹੀਂ ਚੜ੍ਹਦਾ, ਕੋਈ ਥਕਾਵਟ ਨਹੀਂ ਹੁੰਦੀ। ਭਾਵੇਂ ਦੌੜ ਕੱਢਾਂ, ਜੋ ਮਰਜ਼ੀ ਕਰਾਂ, ਹਵਾ ਲੇਖਾ ਟੁਰੀ ਫਿਰਨੀ ਆ, ਕੋਈ ਮੈਨੂੰ ਥਕਾਵਟ ਨਹੀਂ ਹੁੰਦੀ। ਮਾਤਾ ਜੀ ਤੁਸੀਂ ਗੱਲ ਦੌੜ ਦੀ ਕੀਤੀ ਹੈ ਤਾਂ ਦੌੜ ਵੀ ਲੈਂਦੇ ਹੋ? ਹਾਂਜੀ, ਦੌੜ ਕੀ ਇਹਦੇ ਨਾਲ ਬਾਘਾ ਬਾਰਡਰ 'ਤੇ ਗਏ, ਉੱਥੇ ਕੁੜੀਆਂ ਨੇ ਝੰਡੇ ਫੜੇ, ਮੈਂ ਵੀ ਨਾਲ ਫੜ ਲਿਆ ਅਤੇ ਦੌੜ ਕੱਢੀ ਅਤੇ ਮੈਂ ਦੌੜ ਕੇ ਉਹਨਾਂ ਨੂੰ ਵੀ ਅੱਗੇ ਹੋ ਗਈ, ਅਤੇ ਲੋਕਾਂ ਬੜੀਆਂ ਦੁਨੀਆ ਨੂੰ ਉੱਥੇ ਤਾੜੀਆਂ ਮਾਰੀਆਂ, ਅਤੇ ਵੇਖੋ ਬਜ਼ੁਰਗ ਮਾਤਾ ਅੱਗੇ ਲੰਘ ਗਈ ਕੁੜੀਆਂ ਤੋਂ। ਇਹ ਵੇਖ ਯੋਗ ਦਾ ਕਮਾਲ ਹੈ। ਯੋਗ ਨਾਲ ਤਾਂ ਬੰਦਾ ਜਿਹੜਾ ਨਾ ਉਹ ਫਿੱਟ ਰਹਿੰਦਾ ਹੈ, ਸਰੀਰ ਠੀਕ ਰਹਿੰਦਾ, ਕੋਈ ਸਾਹ ਨਹੀਂ, ਕੋਈ ਬਿਮਾਰੀ ਲਾਗੇ ਨਹੀਂ ਆਏਗੀ ਜੇ ਯੋਗ ਕਰੋਗੇ। ਤਾਂ ਮਾਤਾ ਜੀ ਫਿਰ ਰੋਜ਼ਾਨਾ ਤੁਹਾਡੇ ਕੋਲ ਇੱਥੇ ਕਿੰਨੇ ਕੁ ਲੋਕ ਜਿਹੜੇ ਨੇ ਆਣ ਕੇ ਯੋਗਾ ਸਿੱਖਦੇ ਨੇ? 30-35 ਲੋਕ ਆ ਹੀ ਜਾਂਦੇ ਰਹੇ ਨੇ। ਫਿਰ ਜਦੋਂ ਬਾਹਰ ਜਾਈਦਾ, ਬਾਹਰ ਕਲਾਸਾਂ ਲਾਈ ਦੀਆਂ ਨੇ, ਉਦੋਂ ਫਿਰ ਘਰ ਬੰਦ ਕਰ ਦਈਦੀ ਹੈ ਅਤੇ ਬਾਹਰ ਜਾਈਦਾ, ਜਿਵੇਂ ਆਰਮੀ 'ਚ, ਫਿਰ ਪੁਲਿਸ ਲਾਈਨ 'ਚ, ਸਕੂਲਾਂ 'ਚ, ਬੜੇ ਥਾਂ 'ਤੇ ਜਾਂਦੇ ਰਹੇ ਹਾਂ, ਯੋਗਾ ਕਰਾਉਂਦੇ ਹਾਂ। ਫਿਰ ਇੱਕ ਕਾਕਾ ਮੇਰਾ, ਉਹ ਵੀ ਨਾਲ, ਪਹਿਲਾਂ ਤਾਂ ਉਹਨਾਂ ਨੂੰ ਆਂਦੀ ਹੁੰਦੀ ਹਾਂ ਕਿ ਯੋਗਾ ਕਰਿਆ ਕਰੋ, ਤਾਂ ਉਹਨਾਂ ਆਖਣਾ ਮਾਤਾ ਮੈਨੂੰ ਤਾਂ ਮੈਂ ਯੋਗਾ ਨਹੀਂ ਕਰ ਸਕਦਾ, ਮੇਰਾ ਪੁਲਿਸ ਦਾ ਕੰਮ ਹੈ, ਨੌਕਰੀ ਹੈ, ਮੈਂ ਯੋਗ ਕਿੱਥੋਂ ਕਰਨਾ। ਅਤੇ ਜਦੋਂ ਮੈਂ ਠੀਕ ਹੋਈ ਅਤੇ ਫਿਰ ਇਹਨਾਂ ਨੇ ਯੋਗ ਕੀਤਾ, ਫਿਰ ਲੱਗ ਪਏ ਵੀ ਕਰਨ। ਫਿਰ ਸਵੇਰੇ ਟਾਈਮ ਨਾਲ 5:30 ਵਜੇ ਜਾ ਕੇ ਯੋਗ ਕਰਾਉਣ ਲੱਗ ਪੈਂਦੇ ਨੇ, ਜੋ 5 ਵਜੇ ਕਲਾਸਾਂ ਚਾਲੂ ਕਰ ਦਿੰਦੇ ਨੇ। ਫਿਰ ਕਰਦਿਆਂ ਆਪਣੇ ਆਣ ਕੇ ਡਿਊਟੀ 'ਤੇ ਵੀ ਜਾਂਦੇ ਨੇ, ਘਰ ਦਾ ਵੀ ਕੰਮ ਕਰਦੇ ਨੇ, ਬਾਹਰੋਂ ਸੌਦਾ ਪੱਤਰ ਵੀ ਲਿਆਉਂਦੇ ਨੇ ਸ਼ਾਮ ਨੂੰ, ਅਤੇ ਸਾਰੇ ਕੰਮ ਕਰ ਲੈਂਦੇ ਨੇ। ਤਾਂ ਮਾਤਾ ਜੀ ਫਿਰ ਜਦੋਂ ਤੁਸੀਂ ਯੋਗਾ ਨਹੀਂ ਸੀ ਕਰਦੇ ਹੈਗੇ, ਉਦੋਂ ਤੋਂ ਲੈ ਕੇ ਹੁਣ ਤੱਕ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਫਰਕ ਦਿਖਾਈ ਦਿੰਦਾ ਤੁਹਾਨੂੰ? ਉਦੋਂ ਤਾਂ ਮੈਨੂੰ ਬਹੁਤ ਫਰਕ ਦਿਖਾਈ ਦਿੰਦਾ, ਜਿਹੜਾ ਮੈਂ ਪਹਿਲਾਂ ਜਵਾਨ, ਅਤੇ ਉਹਦੇ ਨਾਲ ਵੀ ਮੈਨੂੰ ਜ਼ਿਆਦਾ ਜਾਪਦਾ ਕਿ ਮੈਂ ਉਦੋਂ ਕਦੇ ਦੌੜਾਂ ਤਾਂ ਕੱਢੀਆਂ ਨਹੀਂ ਹਨ, ਪਰ ਹੁਣ ਮੈਂ ਆਪਣੀ ਦੌੜ ਵੀ ਕੱਢ ਲੈਂਦੀ ਹਾਂ, ਡੰਡ ਬੈਠੇ ਵਾਂਗ ਕੱਢ ਲੈਂਦੀ ਹਾਂ। ਹੁਣ ਤਾਂ ਮੈਂ ਬਹੁਤ ਆਪਣੇ ਆਪ 'ਚ ਫਿੱਟ ਹਾਂ। ਤਾਂ ਮਾਤਾ ਜੀ ਜਦੋਂ ਪਹਿਲੀ ਵਾਰੀ ਤੁਹਾਨੂੰ ਯੋਗ ਤੁਸੀਂ ਸ਼ੁਰੂਆਤ ਕਰਦੇ ਹੋ ਤਾਂ ਮਨ ਦੇ ਵਿੱਚ ਸੋਚਿਆ ਹੈ ਕਿ ਅੱਜ ਜਿੱਥੇ ਤੁਸੀਂ ਪਹੁੰਚ ਚੁੱਕੇ ਹੋ ਤਾਂ ਉਸ ਪਹਿਲੇ ਦਿਨ ਤੁਸੀਂ ਸੋਚਿਆ ਹੈ ਕਿ ਮੈਂ ਇਸ ਮੁਕਾਮ ਤੱਕ ਪਹੁੰਚ ਪਾਵਾਂਗੀ? ਨਹੀਂ, ਇਹ ਨਹੀਂ ਸੋਚਿਆ। ਇਹ ਤਾਂ ਯੋਗ ਦਾ ਬੈਨੀਫਿਟ ਮਿਲਦਾ ਰਿਹਾ, ਕਿ ਇਹ ਨਹੀਂ ਮੈਂ ਸੋਚਿਆ ਕਿ ਮੈਂ ਠੀਕ ਹੋਵਾਂਗੀ। ਮੈਂ ਆਪਣੇ ਨੂੰ ਕੋਸ਼ਿਸ਼ ਕਿ ਆਪਾਂ ਮੈਂ ਯੋਗ ਕਰਨੀ ਆ, ਅਤੇ ਵੇਖ ਕੇ ਜਦੋਂ ਮੈਂ ਬਾਬੇ ਵੱਲ ਵੇਖਣਾ, ਮੈਂ ਕਹਿਣਾ ਕਿ ਜੇ ਬਾਬੇ ਲੋਕਾਂ ਦੀਆਂ ਬਿਮਾਰੀਆਂ ਨਿਕਲਦੀਆਂ ਤਾਂ ਮੈਂ ਕਿਹੜਾ ਉੱਥੇ ਰੱਬ ਦੇ ਮਾਂ ਪੁੱਟੇ ਨੇ, ਮੇਰੀ ਵੀ ਤਾਂ ਨਿਕਲੇਗੀ। ਮੈਂ ਇੰਨੀ ਆਸ ਰੱਖਣੀ, ਆਸ ਦੇ ਨਾਲ ਮੈਂ ਠੀਕ ਹੁੰਦੀ ਗਈ। ਹਾਂ। ਤਾਂ ਮਾਤਾ ਜੀ ਫਿਰ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਪੰਜਾਬ ਪੁਲਿਸ ਜਾਂ ਆਰਮੀ ਜਾਂ ਸਕੂਲ ਦੇ ਵਿੱਚ ਜਾ ਕੇ ਕੈਂਪ ਲਗਾਉਂਦੇ ਹੋ, ਤਾਂ ਫਿਰ ਅਸੀਂ ਅਕਸਰ ਦੇਖਦੇ ਕਿ ਜਿਹੜੇ ਪੰਜਾਬ ਪੁਲਿਸ ਵਾਲੇ ਉਹਨਾਂ ਦੇ ਪੇਟ ਬਾਹਰ ਆਏ ਹੁੰਦੇ ਆ, ਤਾਂ ਕੋਈ ਫਿਰ ਤਾਂ ਤੁਸੀਂ ਜਦੋਂ ਜਾ ਕੇ ਯੋਗਾ ਸਿਖਾਉਂਦੇ ਹੋ ਤਾਂ ਉਹਨਾਂ ਨੂੰ ਇਸ ਚੀਜ਼ ਦਾ ਕੋਈ ਲਾਭ ਵੀ ਹੋਇਆ? ਹਾਂ, ਕਈਆਂ ਨੂੰ ਲਾਭ ਹੁੰਦਾ, ਕਰਦੇ ਨੇ ਯੋਗ ਅਤੇ ਲਾਭ ਹੁੰਦਾ। ਉਹਨਾਂ ਨੂੰ ਲਾਭ ਹੋਇਆ ਸੀ, ਫਾਇਦਾ ਹੋਇਆ ਸੀ, ਤਾਂ ਉਹਨਾਂ ਫਿਰ ਆਪਣੇ ਘਰ ਆਖਣ ਲੱਗਾ ਰਾਜ ਕੁਮਾਰ ਨੂੰ ਕਿ ਰਾਜ ਕੁਮਾਰ ਮੇਰੇ ਘਰ ਚੱਲ ਕੇ ਅਤੇ ਯੋਗ ਕਰਾਓ। ਉਹ ਘਰ ਤਾਂ ਨਹੀਂ ਨਾ ਜਾਂਦੇ, ਕਿਉਂ ਨੌਕਰੀ ਕਰਦੇ ਨੇ, ਅਤੇ ਉਹ ਆਖਦਾ ਮੇਰੀ ਮਾਤਾ ਕਰਾਏ। ਉਹ ਫਿਰ ਮੈਂ ਉਹਨਾਂ ਦੇ ਘਰ ਜਾਂਦੀ ਰਹੀ ਹਾਂ, ਕਰਾਉਂਦੀ ਹਾਂ, ਕਰਾ ਕੇ ਅਤੇ ਉਹਦੇ ਨਾਲ ਹੁਣ ਦੀਵਾਲੀ ਕਰਕੇ ਛੁੱਟੀਆਂ ਕੀਤੀਆਂ 2 ਦਿਨ ਹੋਇਆ ਨਹੀਂ ਗਈ। ਤਾਂ ਮਾਤਾ ਜੀ ਫਿਰ ਇੱਥੇ ਜਿਹੜੇ ਤੁਹਾਡੇ ਕੋਲ ਲੋਕ ਸਿੱਖਣ ਹੁੰਦੇ ਆ ਤਾਂ ਫਿਰ ਉਹ ਵੀ ਤੁਹਾਨੂੰ ਦੱਸਦੇ ਹੋਣਗੇ ਕਿ ਅਸੀਂ ਯੋਗਾ ਕਰਨ ਤੋਂ ਪਹਿਲਾਂ ਔਰ ਬਾਅਦ ਵਿੱਚ ਕਿੰਨਾ ਕੁ ਉਹਨਾਂ ਨੂੰ ਫਾਇਦਾ ਹੋਇਆ?
ਫਾਇਦਾ ਉਹ ਲਚਕ ਬਣ ਜਾਂਦੀ। ਉਹ ਸਾਰੇ ਆਖਦੇ ਨੇ ਕਿ ਸਾਨੂੰ ਯੋਗ ਦੇ ਨਾਲ ਬੜਾ ਫਾਇਦਾ ਹੋਇਆ, ਕਿ ਦਰਦਾਂ ਜਿਹੜੀਆਂ ਉਹਨਾਂ ਦੀਆਂ ਉਹ ਠੀਕ ਹੋ ਜਾਂਦੀਆਂ ਨੇ। ਵਜ਼ਨ ਜਿਹੜਾ ਉਹ ਘੱਟ ਜਾਂਦਾ, ਕਿਸੇ ਦਾ 10 ਕਿਲੋ ਘੱਟ ਜਾਂਦਾ, 5 ਕਿਲੋ ਇੰਨਾ ਕੁ ਵਜ਼ਨ ਘੱਟ ਜਾਂਦਾ। ਇੱਥੇ ਮੇਰੇ ਕੋਲ ਆਉਂਦੀਆਂ ਰਹੀਆਂ ਨੇ, ਉਹਨਾਂ ਨੇ 5 ਕਿਲੋ ਵਜ਼ਨ ਘਟਾਇਆ। ਫਿਰ ਜਿਹੜੇ ਗੋਡਿਆਂ 'ਤੇ ਬਹਿ ਨਹੀਂ ਹਨ ਸਕਦੀਆਂ, ਉਹ ਆਉਂਦੀਆਂ ਨੇ ਕਿ ਸਹੀ ਮਤਲਬ ਜਿਹੜਾ ਬਹਿ ਕੇ ਕੰਮ ਨਹੀਂ ਹਾਂ ਕਰ ਸਕਦੀਆਂ, ਉਹ ਸਹੀ ਠੀਕ ਹੋਈਆਂ। ਇੱਥੇ ਇੱਕ ਬਰਗਸ਼ ਉੱਥੇ ਲਾਇਆ ਸੀ ਕੈਂਪ, ਉੱਥੇ ਵੀ ਇੱਕ ਦੇ ਘਰ ਬੱਚਾ ਪੋਤਰੀ ਪੋਤਰਾ ਨੇ ਕਿ 4-5 ਸਾਲ ਹੋ ਗਏ ਵਿਆਹ ਨੂੰ, ਅਤੇ ਬੱਚਾ ਨਹੀਂ। ਉਹਨੂੰ ਮੈਂ ਆਖਿਆ ਕਿ ਯੋਗ ਕਰ, ਆਪਣੀ ਨੂੰਹ ਨੂੰ ਯੋਗ ਕਰਾ। ਉਹਨੇ ਯੋਗ ਆਪ ਹੀ ਕਰਾਇਆ, ਘਰ ਆਪੇ ਕਰਾਇਆ, ਅਤੇ ਉਹਦੇ ਘਰ ਬੱਚਾ ਹੋਇਆ, ਕਾਕਾ ਲੜਕਾ ਹੈ। ਅਤੇ ਉਹਦੇ ਘਰ ਬੜੀ ਫਿਰ ਖੁਸ਼ੀ ਹੋਈ, ਉਹਨਾਂ ਦੇ ਘਰ ਗਏ, ਵੇਖ ਕੇ ਆਏ। ਅਤੇ ਤਾਂ ਮਾਤਾ ਜੀ ਜਿਸ ਤਰ੍ਹਾਂ ਤੁਸੀਂ ਇੱਥੇ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ, ਔਰ ਜੇਕਰ ਰਾਮਦੇਵ ਦੀ ਗੱਲ ਕਰੀਏ ਤਾਂ ਬਾਬੇ ਰਾਮਦੇਵ ਵਾਰੀ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਯੋਗਾ ਸਿਖਾ ਰਹੇ ਆ। ਤਾਂ ਤੁਹਾਡਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੈ ਪਲਾਨ ਕਿ ਮੈਂ ਵੀ ਵਿਦੇਸ਼ ਦੀ ਧਰਤੀ 'ਤੇ ਜਾ ਕੇ ਗੋਰਿਆਂ ਨੂੰ ਯੋਗਾ ਸਿਖਾਵਾਂ? ਵੇਖੋ ਕਿ ਉਹ ਤਾਂ ਸਮੇਂ ਦੀ ਗੱਲ ਹੈ। ਜੇ ਸਮਾਂ ਹੋਏਗਾ, ਮਹਾਰਾਜ ਨੇ ਖੜਨਾ ਹੋਏਗਾ ਅਤੇ ਲੈ ਜਾਏਗਾ, ਅਤੇ ਜਾ ਕੇ ਕਰਾਵਾਂਗੇ। ਅਤੇ ਜੇ ਹੈ ਅਤੇ ਉਹ ਤਾਂ ਮਾਲਕ ਦੀ ਮੌਜ ਹੈ। ਹੈਂ ਉਹ ਆਪੇ ਤਾਂ ਮੈਂ ਜਾ ਨਹੀਂ ਸਕਦੀ, ਇੰਨੇ ਸਮਰਥ ਨਹੀਂ। ਅਸੀਂ ਤਾਂ ਇੰਨਾ ਕੁ ਕੰਮ ਕੀਤਾ ਤਾਂ ਉਹ ਹੀ ਕਰਜ਼ੇ ਥੱਲੇ ਹਾਂ। ਅਤੇ ਬਾਅਦ ਵਿੱਚ ਵੇਖੋ ਜੇ ਕਰਜ਼ਾ ਲੱਥ ਗਿਆ ਅਤੇ ਫਿਰ ਜੇ ਕਰੇਗਾ ਰੱਬ ਭਗਵਾਨ ਕਰੇਗਾ ਮਦਦ ਚੱਲ ਜਾਵਾਂਗੇ, ਫਿਰ ਕਰਾਵਾਂਗੇ ਯੋਗਾ। ਤਾਂ ਮਾਤਾ ਜੀ ਜਿਸ ਤਰ੍ਹਾਂ ਤੁਸੀਂ ਜਦੋਂ ਯੋਗਾ ਦੀ ਸ਼ੁਰੂਆਤ ਕਰਦੇ ਹੋ, ਇੱਥੇ ਕਲਾਸਾਂ ਦੀ ਸ਼ੁਰੂਆਤ ਕਰਦੇ ਹੋ, ਤਾਂ ਜਿਵੇਂ ਤੁਸੀਂ ਤੁਹਾਡੇ ਗਲੀ ਵਾਲੇ ਵੀ ਇੱਥੇ ਬੱਚੀਆਂ ਨੇ ਦੱਸਿਆ ਕਿ ਅਸੀਂ ਗਲੀ ਦੇ ਵਿੱਚੋਂ ਹੀ ਆਈਆਂ ਆ, ਤਾਂ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਇਹਨਾਂ ਨੂੰ ਕਿਹਾ ਕਿ ਆਓ ਸਾਡੇ ਕੋਲ ਆਣ ਕੇ ਯੋਗਾ ਸਿੱਖੋ, ਤਾਂ ਉਹਨਾਂ ਨੇ ਮਤਲਬ ਜਿਸ ਤਰ੍ਹਾਂ ਕਹਿ ਦਿੰਦੇ ਜੀ ਇਹਦਾ 70-72 ਗਿਆ, ਤਾਂ ਉਹਨਾਂ ਕਿਹਾ ਨਹੀਂ ਵੀ ਮਾਤਾ ਐਵੇਂ ਮਾਰੀ ਜਾਂਦੀ ਆ, ਕਿੱਥੇ ਇਹਦੇ ਕੋਈ ਯੋਗਾ ਹੁੰਦਾ ਹੋਣਾ। ਪਹਿਲੇ ਆਉਂਦੇ ਹਨ ਕਿ ਪਹਿਲਾਂ ਲੋਕੀ ਆਉਂਦੇ ਹਨ ਅਤੇ ਇਹ ਤਾਂ ਪਾਗਲ ਹੋ ਗਈ ਯੋਗਾ ਕਰਦੀ, ਪਾਗਲ ਹੋ ਗਈ। ਫਿਰ ਇੱਕ ਨੇ ਮੈਨੂੰ ਇੱਥੇ ਮੇਰਾ ਭਰਾ ਬਣਿਆ ਸੀ, ਉਹਨਾਂ ਆਖਣਾ ਭੈਣ ਉਹਦੀ ਵਹੁਟੀ ਨੂੰ ਆਖਣਾ ਬਸ ਤੂੰ ਹੁਣ ਨਾ ਮਰ ਜਾਣਾ ਯੋਗਾ ਕਰਦੇ ਹੈਂ ਤੂੰ ਤਾਂ ਬਸ ਸੁੱਕ ਹੀ ਗਈ ਹੈ, ਕਿਆ ਮੋਟੀ ਹੈ। ਮੈਂ ਆਖਣਾ ਮੈਂ ਠੀਕ ਹਾਂ ਆਪਣੇ ਆਪ 'ਚ। ਉਹਨੇ ਆਖਣਾ ਤੂੰ ਮਰ ਜਾਣਾ। ਮੈਂ ਆਖਿਆ ਨਹੀਂ ਮੈਂ ਨਹੀਂ ਮਰਦੀ। ਉਹ ਵਿਚਾਰੇ ਚੱਲ ਵਸੇ ਤਾਂ ਮੈਂ ਇੱਥੇ ਹਾਂ ਹੈਂ। ਅਤੇ ਯੋਗਾ ਜਿਹੜੇ ਆਉਂਦੇ ਹਨ ਪਾਗਲ, ਉਹਨਾਂ ਨੂੰ ਪਾਗਲ ਹੋਣਾ ਹੀ ਪੈਂਦਾ ਹੈਂ। ਮੈਨੂੰ ਕਾਕਾ ਮੇਰਾ ਆਉਂਦਾ ਹੁੰਦਾ ਸੀ ਮੈਨੂੰ ਪਾਗਲ ਹੋ ਗਈ ਬਸ ਯੋਗਾ ਹੀ ਕਰਦੀ, ਅਤੇ ਇਹ ਵੇਖ ਲਾ ਪਾਗਲ ਹੋ ਗਿਆ। ਇਹ ਹੁਣ ਕੀਤੇ ਬਗੈਰ ਰਹਿੰਦੇ ਹੀ ਨਹੀਂ, ਇਹ ਬਾਹਰ ਕਲਾਸਾਂ ਵੀ ਲਾਉਂਦੇ ਨੇ, ਇੰਨੀ ਦਿਆ ਹੈ। ਤਾਂ ਮਾਤਾ ਜੀ ਫਿਰ ਜਦੋਂ ਤੁਸੀਂ ਸਕੂਲ ਦੇ ਵਿੱਚ ਜਾਂਦੇ ਹੋ, ਪੁਲਿਸ ਵਾਲਿਆਂ ਦੇ ਵਿੱਚ ਜਾ ਕੇ ਕੈਂਪ ਲਗਾਉਂਦੇ ਹੋ, ਫਿਰ ਤੁਹਾਨੂੰ ਉੱਥੇ ਸਨਮਾਨਿਤ ਵੀ ਕੀਤਾ ਜਾਂਦਾ ਹੈ? ਹਾਂਜੀ ਸਨਮਾਨਿਤ ਕਰਦੇ ਆ, ਸਰਟੀਫਿਕੇਟ ਦਿੰਦੇ ਆ, ਫਿਰ ਸਨਮਾਨਿਤ ਕਰਦੇ ਆ, ਫੁੱਲਾਂ ਆਉਂਦੇ ਨੇ। ਤੋ ਮਾਲਕ ਦੀ ਦਿਆ ਹੈ, ਆਪੇ ਤਾਂ ਬੰਦਾ ਕੁਛ ਨਹੀਂ ਕਰ ਸਕਦਾ। ਤਾਂ ਮਾਤਾ ਜੀ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਸਨਮਾਨ ਮਿਲਦੇ ਨੇ? ਤਾਂ ਸਕੂਲ ਦੇ ਵਿੱਚ ਵੀ ਇੰਨੇ ਕਦੇ ਸਨਮਾਨਿਤ ਮਿਲੇ ਸੀ ਕਿ ਇੱਥੇ ਮਿਲ ਰਹੇ ਨੇ? ਸਕੂਲ 'ਚ ਤਾਂ ਮੈਂ ਪੜ੍ਹੀ ਨਹੀਂ ਇੰਨੀ, ਅਤੇ ਨਾ ਸਮਾਨ ਮਿਲੇ ਹੈਂ, ਅਤੇ ਨਾ ਸਰਟੀਫਿਕੇਟ ਮਿਲੇ। ਇੱਥੇ ਯੋਗ ਦੇ ਵਿੱਚ ਮੈਨੂੰ ਸਰਟੀਫਿਕੇਟ ਵੀ ਮਿਲ ਗਏ ਨੇ, ਸਮਾਨ ਵੀ ਹਾਰ ਪਾਉਂਦੇ ਨੇ, ਕੀ ਉਹਦੇ ਨਾਲ ਸਨਮਾਨਿਤ ਕਰਦੇ ਨੇ ਹੈਂ। ਅਤੇ ਹੁਣ ਤਾਂ ਬਹੁਤ ਜ਼ਿਆਦਾ ਕਰਦੇ ਨੇ ਹੈਂ, ਮਾਤਾ ਕਰਦੇ ਨੇ। ਅਤੇ ਦਇਆ ਤਾਂ ਭਗਵਾਨ ਦੀ ਹੈ, ਆਪੇ ਬੰਦਾ ਕਦੇ ਸੋਚੇ ਨਹੀਂ ਕਿ ਮੈਂ ਕੰਮ ਕਰ ਸਕਾਂਗੀ, ਮੈਂ ਯੋਗ ਵਿੱਚ ਇਸ ਤਰ੍ਹਾਂ ਕਰਾਂਗੀ ਉਹ ਕਰਾਂਗੀ, ਕੋਈ ਨਹੀਂ ਸੋਚਿਆ। ਮਹਾਰਾਜ ਨੇ ਆਪਣੇ ਆਪ ਹੀ ਦਇਆ ਹੋ ਗਈ ਉਹਦੀ। ਤਾਂ ਮਾਤਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਬਜ਼ੁਰਗਾਂ ਨੂੰ ਜਿਹੜੇ ਬਜ਼ੁਰਗ ਘਰਾਂ ਦੇ ਵਿੱਚ ਬੈਠ ਜਾਂਦੇ ਨੇ ਔਰ ਕਹਿੰਦੇ ਨੇ ਕਿ ਸਾਡੇ ਗੋਡੇ ਦਰਦ ਹੁੰਦੇ ਜਾਂ ਸਾਨੂੰ ਆਹ ਵਾਲੀਆਂ ਮੁਸ਼ਕਿਲਾਂ ਨੇ, ਤਾਂ ਸਾਡੇ ਕੋਲ ਉੱਠਿਆ ਨਹੀਂ ਜਾਂਦਾ, ਕੰਮ ਨਹੀਂ ਕੀਤਾ ਜਾਂਦਾ? ਉਹਨਾਂ ਨੂੰ ਇਹ ਆਖੀਦਾ ਹੈ ਕਿ ਦੇਖੋ ਕਿ ਜੇ ਸਵੇਰੇ ਉੱਠ ਕੇ 4 ਵਜੇ ਉੱਠ ਖਲੋ, ਚਲੋ ਬਹਿ ਨਹੀਂ ਸਕਦੇ, ਖਲੋ ਨਹੀਂ ਸਕਦੇ, ਲੰਮੇ ਪਏ ਦੇ ਕਬਾਲਬਾਤੀ ਲੰਮੇ ਪਏ ਕਰੀ ਜਾਓ ਹੈਂ, ਲੌਂਗ ਕਰੀ ਜਾਓ, ਲੰਮੇ ਪਏ ਕਰੀ ਜਾਓ। ਹੱਥ ਪੈਰ ਜਿਹੜੇ ਨਾ ਉਹ 100 ਵਾਰੀ, 1000 ਵਾਰੀ, 500 ਵਾਰੀ, ਜਿੰਨੇ ਵਾਰੀ ਹੋ ਸਕਦਾ ਹੈ ਕਰੋ। ਸਾਹ ਲੈ ਕੇ ਫਿਰ ਕਰੋ, ਕਰੀ ਜਾਓ, ਲੰਮੇ ਗਹਿਰੇ ਸਾਹ ਲਓਗੇ ਅਤੇ ਤੁਹਾਡੇ ਅੰਦਰ ਆਪੇ ਹੀ 5 ਤੱਤ ਜਿਹੜੇ ਨਾ ਤੁਹਾਡੇ ਅੰਦਰ ਪ੍ਰਵੇਸ਼ ਹੋਣ ਦੇ, ਬਿਮਾਰੀ ਤੁਹਾਡੀ ਸਾਰੀ ਬਿਮਾਰੀ ਬਾਹਰ ਨਿਕਲ ਜਾਏ। ਜੇ ਹੀਲਾ ਕਰੋਗੇ ਤਾਂ ਵਸੀਲਾ ਮਾਰਿਆ ਹੀ ਬਣੇਗਾ। ਹੀਲਾ ਕਰਨ ਦੀ ਲੋੜ ਹੈ, ਸਵੇਰੇ ਉੱਠਣ ਦੀ ਲੋੜ ਹੈ। ਸਾਡੇ ਨਾਲ ਮਾਤਾ ਜੀ ਦੇ ਬੇਟੇ ਵੀ ਮੌਜੂਦ ਆ, ਗੱਲਬਾਤ ਕਰਦੇ ਆ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜੀ? ਮਾਤਾ ਜੀ ਬਹੁਤ ਵਧੀਆ ਯੋਗਾ ਕਰਦੇ ਆ, ਔਰ ਵੱਡੀ ਗੱਲ ਇਹ ਆ ਕਿ ਇੱਥੇ ਤੁਹਾਡੇ ਜਿਸ ਤਰ੍ਹਾਂ ਮੈਂ ਜਿਹੜੀਆਂ ਬੇਟੀਆਂ ਨਾਲ ਗੱਲ ਕੀਤੀ ਸੀ ਤਾਂ ਉਹ ਦੱਸਦੇ ਸੀ ਕਿ ਅਸੀਂ ਗਲੀ ਦੇ ਵਿੱਚ ਹੀ ਰਹਿੰਦੇ ਹਾਂ ਔਰ ਮੁਹੱਲੇ ਵਾਲਿਆਂ ਨੂੰ, ਗਲੀ ਵਾਲਿਆਂ ਨੂੰ ਵੀ ਹੁਣ ਯੋਗਾ ਸਿਖਾ ਰਹੇ ਆ। ਦੇਖੋ ਪੂਜੇ ਮਾਤਾ ਸ਼੍ਰੀ ਦਾ ਇੰਨਾ ਯੋਗ ਨਾਲ ਪ੍ਰੇਰਨਾ ਹੈਗੀ ਹੈ ਕਿ ਉਹ ਯੋਗ ਕਰਨ ਦੇ ਨਾਲ ਆਪਣੇ ਸਵਸਥ ਕਰਨ ਤੋਂ ਬਾਅਦ
ਮੁਹੱਲੇ ਵਿੱਚ ਨਹੀਂ ਆ, ਬਹੁਤ ਪੰਜਾਬ ਦੇ ਕਈ ਕੋਨਿਆਂ ਵਿੱਚ ਵੀ ਲੋਕ ਉਹਨਾਂ ਨੂੰ ਬੁਲਾਉਂਦੇ ਨੇ, ਬੁਲਾ ਕੇ ਆਪਣੇ ਘਰ ਲੈ ਜਾਂਦੇ ਨੇ, ਲਿਜਾ ਕੇ ਉਹਨਾਂ ਨੂੰ 1 ਮਹੀਨਾ ਹੀ ਕਿਵੇਂ ਮਾਤਾ ਜੀ ਕਈ ਪਿੰਡਾਂ ਵਿੱਚ ਜਾ ਕੇ ਰਹਿ ਕੇ ਆਏ ਨੇ, ਉਹਨਾਂ ਨੂੰ ਯੋਗ ਸਿਖਾਉਂਦੇ ਨੇ ਔਰ ਯੋਗ ਕਰਾਉਣ ਦੇ ਨਾਲ ਉਹ ਜੋ ਠੀਕ ਹੁੰਦੇ ਨੇ ਤੇ ਮਾਤਾ ਨੂੰ ਸੇਵਾ ਵੀ ਦਿੰਦੇ ਨੇ। ਕਈ ਮਾਤਾ ਨੂੰ ਇੱਕ ਸਾਡੇ ਪੰਜਾਬ ਪੁਲਿਸ ਦੇ ASI ਨੇ ਜਿਨ੍ਹਾਂ ਦਾ ਘਰ ਵਿੱਚ ਯੋਗ ਕਰਾਇਆ, ਉਹਨਾਂ 1 ਮਹੀਨਾ ਉਹਨਾਂ ਦੇ ਘਰ ਦੇ ਪਰਿਵਰਤਨ ਹੋਇਆ ਔਰ ਮਾਤਾ ਜੀ ਉਹਨਾਂ ਨੇ ਖੁਸ਼ੀ ਦੇ ਨਾਲ 6000 ਰੁਪਈਆ ਦਿੱਤਾ। ਮਾਤਾ ਜੀ ਇਹ ਤੁਹਾਡੀ ਸੇਵਾ ਛੋਟੀ ਜੀ ਹੈ ਕਿ ਤੁਸੀਂ ਸਾਡੇ ਘਰ ਵਿੱਚ ਪਰਿਵਰਤਨ ਕੀਤਾ ਵਾ, ਇਹ ਯੋਗ ਦੇ ਪ੍ਰਤੀ ਹੋਇਆ ਕਿਉਂਕਿ ਉਹਨਾਂ ਦੇ ਘਰ ਵਿੱਚ ਵੀ ਕਾਫੀ ਦਿੱਕਤਾਂ ਸਨ, ਜਦੋਂ ਪੂਰੀ ਪਰਿਵਾਰ ਨੇ ਕੀਤਾ ਵਾ ਔਰ ਬੜੇ ਖੁਸ਼ੀ ਮਹਿਸੂਸ, ਸਾਡੀ ਬੜੀ ਇੱਜ਼ਤ ਕਰਦੇ ਨੇ। ਹੁਣ ਪਿੱਛੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਨੇ 1 ਮਹੀਨਾ ਕੈਂਪ ਲਗਵਾਇਆ ਸੀ ਔਰ 1 ਮਹੀਨਾ ਹੀ ਜਾਗ ਕੀਤਾ, ਉਹਦੇ ਵਿੱਚ ਵਜਨ ਸੀ 1 ਕੁਇੰਟਲ 10 ਕਿਲੋ ਜਾਂ 15 ਕਿਲੋ 20 ਕਿਲੋ ਦੇ ਜਵਾਨ ਸਨ ਜਿਨ੍ਹਾਂ ਨੇ ਯੋਗ 1 ਮਹੀਨਾ ਕਰਕੇ ਆਪਣੇ ਨੂੰ ਫਿੱਟ ਕਰਕੇ ਕਿਸੇ ਦਾ 10 ਕਿਲੋ ਵਜਨ ਘਟਿਆ, ਕਿਸੇ ਦਾ 5 ਕਿਲੋ ਘਟਿਆ, ਕਿਸੇ ਦਾ 4 ਕਿਲੋ ਵਜਨ ਘਟਿਆ ਔਰ ਬਹੁਤ ਉਹਨਾਂ ਨੇ ਪ੍ਰੇਮ ਸਨੇਹ ਕੀਤਾ, ਮਾਤਾ ਜੀ ਨੂੰ ਕੀਤਾ। ਸਾਡੇ ਪੂਰੇ ਸੰਗਠਨ ਦੇ ਜਿੰਨੇ ਵੀ ਭੈਣ ਭਰਾ ਗਏ ਸੀ ਉਹਨਾਂ ਨੂੰ ਬੜਾ ਇਤਮਾਨ ਉਹਨਾਂ ਨੇ ਬਖਸ਼ਿਆ। ਤਾਂ ਭਾਜੀ ਜਿਸ ਤਰ੍ਹਾਂ ਮਾਤਾ ਜੀ ਨੇ ਦੱਸਿਆ ਕਿ ਪਹਿਲਾਂ ਉਹ ਠੀਕ ਨਹੀਂ ਸੀ ਰਹਿੰਦੇ ਪਰ ਜਦ ਤੋਂ ਯੋਗ ਕਰਨ ਲੱਗੇ ਤਾਂ ਬਿਲਕੁਲ ਤੰਦਰੁਸਤ ਨੇ, ਫਿਰ ਤੁਹਾਨੂੰ ਕਿੰਨੀਆਂ ਕੁ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਮਾਤਾ ਜੀ ਠੀਕ ਨਹੀਂ ਰਹਿੰਦੇ? ਉਦੋਂ ਛੁੱਟੀ ਲੈਣੀ ਪੈਂਦੀ ਸੀ, ਅਫਸਰਾਂ ਕੋਲ ਤਰਲੇ ਮਾਰਨੇ ਪੈਂਦੇ ਸਨ ਔਰ ਪੈਸੇ ਵੀ ਰਿਸ਼ਤੇਦਾਰ ਮੰਗਣੇ ਪੈਂਦੇ ਸਨ ਕਿਉਂਕਿ ਹੌਸਪੀਟਲ 'ਚ ਜਾਂਦੇ ਨੇ ਜ਼ਿਆਦਾ ਪੈਸਾ ਲੱਗਦਾ ਵਾ ਅਤੇ ਤਨਖਾਹ 'ਚ ਘਰ ਵੀ ਦੇਖਣਾ ਵਾ, ਇਲਾਜ ਵੀ ਕਰਾਉਣਾ ਵਾ, ਤੋ ਫਿਰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਰਾਤ ਭਰ ਜਾਗਣਾ ਵੀ ਪੈਂਦਾ ਸੀ, ਡਿਊਟੀ ਵੀ ਕਰਨੀ ਪੈਂਦੀ ਸੀ ਅਤੇ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਉਂ ਦੇ ਮਾਤਾ ਜੀ ਯੋਗ ਨੂੰ ਕੀਤਾ ਵਾ, ਧਾਰਨ ਕੀਤਾ, ਨਾ ਛੁੱਟੀ ਲੈਣ ਦੀ ਲੋੜ ਪੈਂਦੀ ਹੈ, ਨਾ ਤਰਲੇ ਮਾਰਨ ਦੀ ਕਿਸੇ ਲੋੜ ਪੈਂਦੀ, ਨਾ ਪੈਸਾ ਜਾਂਦਾ ਵਾ, ਉਹ ਪੈਸਾ ਘਰ ਵਿੱਚ ਕਈ ਕੰਮਾਂ 'ਤੇ ਲੱਗ ਰਿਹਾ ਵਾ। ਹੁਣ ਤੁਸੀਂ ਦੇਖੋ ਅੰਮ੍ਰਿਤ ਯੋਗ ਭਵਨ ਬਣਾਇਆ ਵਾ, ਤੋ ਜੇ ਪੈਸਾ ਦਵਾਈਆਂ ਜਿੱਦਾਂ ਫਿਰ ਕਿੱਥੋਂ ਬਣਾਉਣਾ ਸੀ। ਇਸ ਕਰਕੇ ਬੜਾ ਅੱਛਾ ਲੱਗਦਾ ਹੈ ਕਿ ਮਾਤਾ ਜੀ ਆਪਣੇ ਨੂੰ ਫਿੱਟ ਕੀਤਾ ਵਾ, ਤੰਦਰੁਸਤ ਕੀਤਾ ਵਾ। ਹਾਂਜੀ ਗੁੜੀਆ, ਕੀ ਕਹਿਣਾ ਚਾਹੁੰਦੇ ਹੋ? ਕਦੋਂ ਤੋਂ ਆ ਰਹੇ ਹੋ ਇੱਥੇ ਯੋਗਾ ਸਿੱਖਣ ਔਰ ਕਿੰਨੇ ਕੁ ਬੈਨੀਫਿਟਸ ਹੋਏ ਤੁਹਾਨੂੰ ਇੱਥੇ ਆਉਣ ਦੇ? ਮੈਨੂੰ 4-5 ਸਾਲ ਹੋ ਗਏ ਹੈ ਇੱਥੇ ਆਉਣ ਵੇਲੇ ਅਤੇ ਮੈਨੂੰ ਬਹੁਤ ਬੈਨੀਫਿਟਸ ਹੋਏ ਹੈ ਰਿਗਾਰਡਿੰਗ ਮਾਈ ਸਟੱਡੀਜ਼। ਬਹੁਤ ਜ਼ਿਆਦਾ ਬੈਨੀਫਿਟਸ ਹੋਏ ਹੈ। ਪਹਿਲੇ ਮੈਨੂੰ ਆਲਸ ਚੜਿਆ ਰਹਿੰਦਾ ਸੀ ਅਤੇ ਮੇਰੇ ਪੜ੍ਹਾਈ 'ਤੇ ਮਨ ਨਹੀਂ ਲੱਗਦਾ ਸੀ, ਮੈਂ ਘੰਟਾ ਵੀ ਬਹਿ ਜਾਵਾਂ ਪੜ੍ਹਨ ਨੂੰ ਅਤੇ ਮੈਨੂੰ ਨੀਂਦਰ ਆ ਜਾਂਦੀ ਅਤੇ ਮੇਰਾ ਅਪਸੈਟ ਜਿਹਾ ਹੋ ਜਾਂਦਾ ਸੀ ਮਾइंड, ਅਤੇ ਕੰਸਨट्रेशन नहीं ਹੁੰਦੀ ਸੀ ਇੰਨੀ ਪੜ੍ਹਾਈ ਵਿੱਚ, ਜਿਹਦੇ ਕਰਕੇ मतलब टेस्ट वगैरह में तो स्कूल एग्ज़ाम्स में मेरे मार्क्स इतने अच्छे नहीं आ पाते थे। तो उसके बाद जब मैंने माता जी से योगा करना स्टार्ट किया है तो उसके बाद से मेरा कंसंट्रेशन लेवल धीरे धीरे बढ़ता गया और मेरे मार्क्स भी थोड़े बहुत फिर धीरे धीरे करके मार्क्स भी इंक्रीज़ होने लग गए और उसके वजह से और फिर मैं स्टडीज़ में ज़्यादा ध्यान देने लग गई, बैठा भी ज़्यादा जाता है, कंसंट्रेशन भी ज़्यादा बढ़ जाता है। और पहले मुझे सुबह उठा नहीं जाता था जल्दी, अगर मैं उठ भी गई तो फिर मुझे आलस आ जाता था, नींद आ जाती थी, जिस वजह से मैं दोबारा सो जाती थी, जिससे मेरी मॉर्निंग स्टडी जो है वो रह जाती थी, जो बहुत ज़्यादा इफ़ेक्टिव होती है मॉर्निंग स्टडी। तो फिर जब योगा करने से, जब प्राणायाम करते हैं, हम आसन करते हैं और हम जो मेडिटेशन करते हैं, माता जी हमें जो मेडिटेशन करवाती हैं, जो मेडिटेशन करने की वजह से मेरा जो माइंड विल पावर है वो और इंक्रीज़ हो गई और मतलब ब्रेन पावर भी इंक्रीज़ हुई और कंसंट्रेशन बढ़ता गया और जैसे सुबह उठ के मेरी जो मॉर्निंग स्टडी वो इफ़ेक्टिव बनती गई, सेल्फ स्टडी भी इफ़ेक्टिव बनती गई। और तो क्या सोचते हो आप, जब आप योगा नहीं करते थे तब से लेके अब तक ज़िंदगी में कितना डिफरेंस है? तब से लेके अब तक ज़िंदगी में बहुत डिफरेंस है मेरे। तो पहले मतलब मेरा वेट भी ज़्यादा होता था, तो पहले 75 अप्रॉक्सीमेटली 75 मेरा वेट होता था। तो इसके साथ जब मैंने योगा किया तो धीरे धीरे मैं मतलब योगा में तो हम ज़्यादा हैवी एक्सरसाइज नहीं करते हैं, योगा से हमें धीरे धीरे ही असर मिलता है इससे। तो इसलिए इससे थोड़ा हम धैर्य रखते हैं तो हमें ज़्यादा, और फिर धैर्य रखने के बाद ही हमें इसका रिज़ल्ट मिलता है। तो मुझे 4-5 मतलब 2-3 साल करने के बाद मुझे मेरा वेट रिड्यूस होने लग गया। तो उसके बाद अभी मेरा 60 वेट हो गया, 60, पहले मेरा 75 था, तो इसमें 15 kg का फ़र्क आया मेरे में। और मेनली जो है मेरी स्टडीज़ को लेके हैं कि स्टडीज़ में बहुत ये बच्चों के लिए तो बहुत ही अच्छा है कि स्टडीज़ को लेके कंसंट्रेशन लेवल इतना बढ़ जाता है जिससे हमें आलस नहीं आता। पर बच्चों को कई बार पढ़ते समय नींद आ जाती है, नाइट स्टडी नहीं कर पाते, मॉर्निंग स्टडीज़ नहीं कर पाते, सेल्फ स्टडी नहीं कर पाते। अगर अब तो ऑनलाइन क्लास लगती है, ऑनलाइन क्लास में बच्चे मतलब ऑनलाइन क्लास लगाते हैं तो उसके बाद उनको ऑनलाइन क्लास में नींद आने लग जाती है, तो उसके बाद सेल्फ स्टडी नहीं कर पाते, तो जिसकी वजह से नींद आ जाती है, सो जाते हैं। तो मेरा वो पहले हाल था, पर अब जो है कि मैं अगर सुबह 5 बजे भी उठ जाऊँ
तो उसके बाद मैं रात के 11:30-12 बजे तक पूरा मतलब दिन में भी नहीं सोना, पढ़ सकती हूँ मैं, क्योंकि मेरा अब जो इम्यूनिटी लेवल है, विल पावर, माइंड लेवल और जो कंसंट्रेशन है बहुत इंक्रीज़ हो गई है। आपने बात स्टडी की है, तो जैसे आपने बोला कि मुझे स्टडी में बहुत बेनिफिट मिला योगा करने से, तो फिर आपके जो क्लासमेट्स हैं, अपना फ्रेंड सर्कल है, तो आपने उनको भी बोला कि आप योगा करो? यस, मैंने उनको भी बहुत मोटिवेट किया है इस रिगार्डिंग। और मेरे घर के पास है उनको तो मैंने कहा है कि आप अमृत योग भवन में हमारी माता जी के पास आइए, कि आपको ज़्यादा इफेक्ट मिलेगा, कि यहाँ पे हमें नए नए योगा आसन सीखने को मिलेंगे और ज़्यादा से ज़्यादा हमें, और माता जी मेडिटेशन करवाएंगी, जिससे हमारी कंसंट्रेशन और बढ़ेगी। और जो नहीं आ सकते, दूर रहते हैं, उनको मैं खुद ही बता देती हूँ कि ये योगा करना चाहिए, नहीं तो आप यूट्यूब से निकाल लीजिए योगा। तो अब तो इतने प्लेटफॉर्म हो गए हैं यूट्यूब में कि हाँ भी हम हर चीज़ मिल जाती है हमें इंटरनेट में। तो उनको मैंने बताया कि ये करोगे तो आपको बहुत ही इससे बेनिफिट मिलेगा। तो आप अपना फ्यूचर माता जी में देखते हो? यस, ऑफ कोर्स मैं अपना फ्यूचर माता जी में ज़रूर देखती हूँ कि मुझे भी अपने फ्यूचर में इतना फिट रहना है, क्योंकि मैं एक डॉक्टर बनना चाहती हूँ, जिसकी वजह से मैं खुद फिट रहूँगी, तभी तो मैं दूसरों को इंप्रेशन दे पाऊँगी कि उनको भी फिट रहना चाहिए। एक डॉक्टर होने के नाते मुझे योगा ऑफ कोर्स आना चाहिए, कि अपने पेशेंट्स को भी मैं योगा सिखा पाऊँ, जो मुझे माता जी ने सिखाया है, और उनको इंस्पायर कर पाऊँ कि, और अपने आप को लेके उनको इंस्पायर कर पाऊँ कि मैं इतनी फिट हो सकती हूँ, तो आप भी इतने फिट हो सकते हो और हर बीमारी से लड़ सकते हैं आप। ਸੋ ਇਹ ਸਨ ਸਾਡੇ ਨਾਲ ਮਾਤਾ ਜੀ, ਜਿਨ੍ਹਾਂ ਦੀ ਉਮਰ 80 ਸਾਲ ਦੱਸੀ ਜਾ ਰਹੀ ਹੈ, ਔਰ ਤੁਸੀਂ ਖੁਦ ਹੀ ਦੇਖਿਆ ਕਿ ਮਾਤਾ ਜੀ ਬਿਲਕੁਲ ਤੰਦਰੁਸਤ ਨੇ ਔਰ ਕਿੱਡਾ ਵਧੀਆ ਯੋਗਾ ਵੀ ਕਰਦੇ ਨੇ। ਔਰ ਵੱਡੀ ਗੱਲ ਇਹ ਆ ਕਿ ਆਪਣੇ ਆਸ-ਪਾਸ ਵਾਲਿਆਂ ਨੂੰ ਵੀ ਸਿਖਾ ਰਹੇ ਨੇ, ਔਰ ਵੱਖ-ਵੱਖ ਕੈਂਪਾਂ ਦੇ ਵਿੱਚ ਜਾ ਕੇ ਵੀ ਲੋਕਾਂ ਨੂੰ ਯੋਗ ਦੀ ਸਿੱਖਿਆ ਦੇ ਰਹੇ ਨੇ। ਸੋ ਅਸੀਂ ਵੀ ਇਹ ਕਹਾਂਗੇ ਕਿ ਜੋ ਲੋਕ ਬਿਮਾਰੀਆਂ ਤੋਂ ਮੁਕਤ ਹੋਣਾ ਚਾਹੁੰਦੇ ਨੇ, ਉਹ ਆਪਣੀ ਜ਼ਿੰਦਗੀ ਦੇ ਵਿੱਚ ਯੋਗ ਨੂੰ ਜ਼ਰੂਰ ਅਪਣਾਉਣ। ਸੋ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਪੰਜਾਬ ਸਟਾਰ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਵਾਂਗੇ। ਕੈਮਰਾਮੈਨ JP ਸਨੋਤਰਾ ਦੇ ਨਾਲ, ਸ਼੍ਰੀ ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ ਦੀ ਵਿਸ਼ੇਸ਼ ਰਿਪੋਰਟ।